ਭਾਜੀ ਕੀ ਹੁੰਦਾ ਕਿ ਜਦੋਂ ਤੁਸੀਂ ਅਸੀਂ ਸਾਰੇ ਆਪਣੀਆਂ ਤੂਤਨੀਆਂ ਵਜਾਉਂਦੇ ਹਾਂ ਤੇ ਉਹ ਤੂਤਨੀਆਂ ਹੀ ਰਹਿ ਜਾਂਦੀਆਂ ਨੇ। ਜਦੋਂ ਸਾਰੀਆਂ ਤੂਤਨੀਆਂ ਰਲ ਕੇ ਵਜਾਉਂਦੇ ਹਾਂ ਤੇ ਉਹ ਨਗਾੜੇ ਦਾ ਰੂਪ ਧਾਰਨ ਕਰਦੀਆਂ। ਠੀਕ ਹੈ ਨਾ ਜੀ। ਸਾਲ ਦੇ ਵਿੱਚ ਇੱਕ ਹੀ ਸੰਸਥਾ ਨੂੰ ਮਿਲਦਾ ਹੈ, ਸੋ ਉਸ ਸਾਲ ਵਾਸਤੇ ਸਾਡੀ ਸੰਸਥਾ ਨੂੰ ਜਿਹੜਾ ਹੈ ਮੁਲਕ ਦੀ ਸਭ ਤੋਂ ਵਧੀਆ ਆਰਗੇਨਾਈਜੇਸ਼ਨ ਮੰਨਿਆ ਗਿਆ ਸੀ ਤੇ 2008 ਦੇ ਵਿੱਚ ਸਾਨੂੰ ਨੈਸ਼ਨਲ ਯੂਥ ਅਵਾਰਡ ਮਿਲਿਆ ਸੀ। ਹੁਣ ਤੱਕ 6 ਸਾਡੇ ਪ੍ਰੋਗਰਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਸ਼ਾਮਲ ਹੋ ਚੁੱਕੇ ਹੈ। 6 ਗਿਨੀਜ਼ ਬੁੱਕ ਰਿਕਾਰਡ ਜਿਹੜੇ ਉਹ ਸੰਸਥਾ ਦੇ ਨਾਮ ਤੇ ਸਾਰੇ ਦੇ ਸਾਰੇ ਕਿਸੇ ਨਾ ਕਿਸੇ ਸੋਸ਼ਲ ਅਵੇਅਰਨੈਸ ਨੂੰ ਲੈ ਕੇ ਬਣਾਏ ਗਏ। ਤੇ ਲਾਕਡਾਊਨ ਦੇ ਵਿੱਚ ਤੁਸੀਂ ਸਾਰਿਆਂ ਨੇ ਬੜਾ ਸੋਹਣਾ ਉਹ ਹਰ ਇੱਕ ਸੰਸਥਾ ਨੂੰ ਇੱਕ ਮਾਣ ਦੇ ਸਨਮਾਨ ਦੇ ਤੌਰ ਤੇ ਦਿੱਤਾ ਜਾਏਗਾ ਕਿ ਤੁਸੀਂ ਜਿਹੜੀ ਹੈ ਇਸ ਕੰਪੇਨ ਦੇ ਨਾਲ ਜੁੜ ਕੇ ਸੇਵਾ ਕੀਤੀ ਹੈ। ਇਹ ਜਿਹੜਾ ਹੈ ਸੰਸਥਾ ਦਾ ਮਾਨ ਸਨਮਾਨ ਕੀਤਾ ਜਾਏਗਾ। ਔਰ ਅਖੀਰਲੀ ਗੱਲ ਕਹਿ ਕੇ ਮੈਂ ਗੱਲ ਨੂੰ ਖਤਮ ਕਰਾਂਗਾ। ਫਿਰ ਤੁਹਾਡਾ ਕੋਈ ਕੁਐਸਚਨ ਹੋਏ, ਕੋਈ ਕੁਐਰੀ ਹੋਏ ਤਾਂ ਮੈਂ ਉਹਦਾ ਜਵਾਬ ਦਿਆਂਗਾ। ਜਾਂ ਮੀਡੀਆ ਦੇ ਸਾਥੀ ਆਏ ਨੇ, ਧੰਨਵਾਦ ਉਹਨਾਂ ਦਾ ਸਵਾਲ ਰਹੇਗਾ। ਤਾਂ ਇਹਦੇ 'ਚ ਇੱਕ ਸਭ ਤੋਂ ਵੱਡਾ ਮੇਰਾ ਨਾਮ ਪ੍ਰਿਤਪਾਲ ਸਿੰਘ ਪੰਨੂ ਹੈ ਜੀ। ਮੈਂ ਸਮਾਜਿਕ ਸੰਸਥਾ ਨੈਸ਼ਨਲ ਇੰਟੀਗ੍ਰੇਟਿਡ ਫੋਰਮ ਆਫ ਆਰਟਿਸਟ ਐਂਡ ਐਕਟੀਵਿਸਟ, ਜਿੱਦਾਂ ਕਿ ਇਹਦੇ ਨਾਮ ਤੋਂ ਪਤਾ ਲੱਗ ਰਿਹਾ ਸੀ ਆਰਟ ਅਤੇ ਸੋਸ਼ਲ ਐਕਟੀਵਿਜ਼ਮ ਨੂੰ ਕਲੱਬ ਕਰਕੇ ਚੱਲਦੇ ਹਾਂ। ਸੋਸ਼ਲ ਵੈਲਫੇਅਰ ਦੀ ਐਕਟੀਵਿਟੀ ਵੀ ਸਾਡੀਆਂ ਚੱਲਦੀਆਂ ਅਤੇ ਆਰਟ ਐਂਡ ਕਲਚਰ ਨੂੰ ਪ੍ਰਮੋਟ ਕਰਨ ਵਾਸਤੇ ਵੀ ਸਾਡੀ ਐਕਟੀਵਿਟੀ ਚੱਲਦੀਆਂ ਰਹਿੰਦੀਆਂ। ਕਰਨਾਲ ਤੋਂ ਇਹ ਸੰਸਥਾ ਸ਼ੁਰੂ ਹੋਈ ਸੀ। ਅੱਜ ਮੁਲਕ ਦੇ 26 ਰਾਜਾਂ ਦੇ ਵਿੱਚ ਸਾਡੀਆਂ ਬ੍ਰਾਂਚਾਂ ਨੇ ਜਿੱਥੇ ਅਸੀਂ ਕੰਮ ਕਰ ਰਹੇ ਹਾਂ। ਔਰ ਇਸ ਸੰਸਥਾ ਨੂੰ 2008 ਵਿੱਚ ਨੈਸ਼ਨਲ ਯੂਥ ਅਵਾਰਡ ਮਿਲ ਚੁੱਕਾ ਹੈ। 6 ਵਾਰੀ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਇਸ ਸੰਸਥਾ ਦਾ ਨਾਮ ਜਿਹੜਾ ਉਹ ਦਰਜ ਹੋ ਚੁੱਕਾ ਹੈ। ਅਤੇ ਅੱਜ ਜਿਹੜਾ ਆਪਾਂ ਇੱਥੇ ਆਏ ਹਾਂ, ਜਿਹੜੀ ਇਹ ਮੀਟਿੰਗ ਕਰ ਰਹੇ ਹਾਂ ਅਤੇ ਉਸ ਤੋਂ ਬਾਅਦ ਪ੍ਰੈਸ ਨਾਲ ਰੂਬਰੂ ਹੋ ਰਹੇ ਹਾਂ, ਇਹਦਾ ਮਕਸਦ ਸਾਡਾ ਇੱਕ ਕੰਪੇਨ ਹੈ ਜਿਹਨੂੰ ਅਸੀਂ ਨਾਮ ਦਿੱਤਾ ਸੰਵੇਦਨਾ। ਅਸੀਂ ਸਾਰਿਆਂ ਨੇ ਰਲ ਕੇ, ਸਭ ਸਮਾਜਿਕ ਸੰਸਥਾਵਾਂ ਨੇ ਰਲ ਕੇ, ਜਿਹੜਾ ਕਰੋਨਾ ਕਾਲ ਸ਼ੁਰੂ ਹੋਇਆ, ਜਿਹੜਾ ਉਸ ਤੋਂ ਬਾਅਦ ਲਾਕਡਾਊਨ ਸ਼ੁਰੂ ਹੋਇਆ, ਉਹਦੇ ਸਾਰਿਆਂ ਨੇ ਰਲ ਕੇ ਕੰਮ ਕੀਤਾ। ਸਭ ਨੇ ਜਿਸ ਜ਼ਰੂਰਤਮੰਦ ਨੂੰ ਰਾਸ਼ਨ ਦੀ ਲੋੜ ਸੀ ਜਾਂ ਦਵਾਈਆਂ ਦੀ ਲੋੜ ਸੀ, ਜਿਸ ਪ੍ਰਕਾਰ ਦੀ ਵੀ ਜ਼ਰੂਰਤ ਸੀ, ਉਹ ਰਾਸ਼ਨ ਪਹੁੰਚਾਉਣ ਵਿੱਚ, ਦਵਾਈਆਂ ਪਹੁੰਚਾਉਣ ਦੇ ਵਿੱਚ ਕਾਫੀ ਮਦਦ ਕੀਤੀ। ਲੇਕਿਨ ਇਸ ਦੌਰਾਨ ਇੱਕ ਵੱਡੀ ਜਿਹੜੀ ਲੋੜ ਹੈ ਉਹ ਨਿਕਲ ਕੇ ਆਈ, ਉਹ ਹੈ ਬਲੱਡ ਦੀ ਲੋੜ। ਕਿ ਕਰੋਨਾ ਕਰਕੇ ਬਲੱਡ ਡੋਨੇਸ਼ਨ ਕੈਂਪ ਨਹੀਂ ਲੱਗ ਰਹੇ, ਐਜੂਕੇਸ਼ਨਲ ਇੰਸਟੀਟਿਊਸ਼ਨ ਬੰਦ ਨੇ, ਵੱਡੇ ਧਾਰਮਿਕ ਸਮਾਗਮਾਂ ਜਿਹੜੇ ਕੈਂਪ ਲੱਗਦੇ ਸੀ ਉਹ ਵੀ ਨਹੀਂ ਹੋ ਪਾ ਰਹੇ। ਸੋ ਬਲੱਡ ਦੀ ਇਸ ਦੇਸ਼ ਵਿੱਚ ਬੜੀ ਵੱਡੀ ਕਮੀ ਆ ਰਹੀ ਹੈ। ਅਗਰ ਤੁਸੀਂ ਡਾਟਾ ਲੈ ਕੇ ਦੇਖੋਗੇ ਤਾਂ ਨਾਰਮਲੀ ਹਰ ਸਾਲ ਇਸ ਦੇਸ਼ ਵਿੱਚ 20 ਲੱਖ ਯੂਨਿਟ ਬਲੱਡ ਘੱਟ ਇਕੱਠਾ ਹੁੰਦਾ ਜਿੰਨਾ ਚਾਹੀਦਾ ਹੈ। 65 ਕਰੋੜ ਯੂਥ ਦਾ ਦੇਸ਼ ਹੈ। 1 ਕਰੋੜ 40 ਲੱਖ ਬਲੱਡ ਚਾਹੀਦਾ ਹੈ। 1 ਕਰੋੜ 40 ਲੱਖ ਵੀ ਨਹੀਂ ਹੋ ਸਕਦਾ। 1 ਕਰੋੜ 20 ਲੱਖ ਇਕੱਠਾ ਹੁੰਦਾ ਹੈ। 20 ਲੱਖ ਯੂਨਿਟ ਹਰ ਸਾਲ ਘੱਟ ਰਹਿੰਦਾ ਹੈ। ਇਸ ਸਾਲ ਇਹ ਜਿਹੜੀ ਕਮੀ ਹੈ 40 ਤੋਂ 50 ਲੱਖ ਜਾਣ ਵਾਲੀ ਹੈ। ਉਹ ਤੁਸੀਂ ਇਹ ਮਹਿਸੂਸ ਕਰਕੇ ਚੱਲਿਓ ਕਿ ਡਾਟਾ ਸਾਹਮਣੇ ਨਹੀਂ ਆ ਰਿਹਾ, ਲੇਕਿਨ ਜਿੰਨੇ ਲੋਕ ਕਰੋਨਾ ਨਾਲ ਨਹੀਂ ਮਰੇ ਉਸ ਤੋਂ ਜ਼ਿਆਦਾ ਲੋਕ ਜਿਹੜੇ ਹੈ ਉਹ ਬਲੱਡ ਦੀ ਕਮੀ ਕਰਕੇ ਇਸ ਸਾਲ ਮਰਨਗੇ, ਲੇਕਿਨ ਉਹਨਾਂ ਦਾ ਡਾਟਾ ਕਿਧਰੇ ਸਾਹਮਣੇ ਨਹੀਂ ਆ ਰਿਹਾ। ਸੋ ਅਸੀਂ ਉਪਰਾਲਾ ਕੀਤਾ ਕਿ ਕਿਉਂ ਨਾ ਸਮਾਜਿਕ ਸੰਸਥਾਵਾਂ ਨੂੰ ਨਾਲ ਲੈ ਕੇ, ਨਿਫਾ ਦੀਆਂ ਜਿੱਥੇ ਬ੍ਰਾਂਚਾਂ ਨੇ ਉਹਦੇ ਕਰਨ ਉਹ ਜਿੱਥੇ ਨਿਫਾ ਦੀਆਂ ਬ੍ਰਾਂਚਾਂ ਨਹੀਂ ਹੈਗੀਆਂ ਉੱਥੇ ਅਸੀਂ ਹੋਰ ਸਮਾਜਿਕ ਸੰਸਥਾਵਾਂ ਨੂੰ ਨਾਲ ਲੈ ਕੇ ਜਿਹੜੇ ਇਸ ਫੀਲਡ 'ਚ ਕੰਮ ਕਰ ਰਹੀਆਂ ਨੇ ਇੱਕ ਵੱਡਾ ਕੰਪੇਨ ਕਰੀਏ। ਸੋ ਇਹਦੇ ਵਾਸਤੇ ਸੰਵੇਦਨਾ ਕੰਪੇਨ ਰੱਖਿਆ ਗਿਆ, ਜਿਹਦੇ 'ਚ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ 90ਵੇਂ ਸ਼ਹਾਦਤ ਦਿਵਸ 'ਤੇ ਪੂਰੇ ਦੇਸ਼ ਵਿੱਚ ਇੱਕੋ ਦਿਨ 1500 ਕੈਂਪ ਲਗਾਉਣ ਦਾ ਟਾਰਗੇਟ ਹੈ ਅਤੇ 1500 ਕੈਂਪਾਂ ਦੇ ਵਿੱਚ ਮਿਨੀਮਮ 90,000 ਯੂਨਿਟ ਬਲੱਡ ਜਿਹੜਾ ਉਹ ਇਕੱਠਾ ਕੀਤਾ ਜਾਣਾ। ਇਹ ਟਾਰਗੇਟ ਆਪਾਂ ਲੈ ਕੇ ਚੱਲ ਰਹੇ ਹਾਂ ਔਰ ਜਿਹਦੇ ਵਾਸਤੇ ਕਰੀਬ ਸਾਡੇ 850 ਦੇ ਪੌਣੇ 900 ਦੇ ਆਸ-ਪਾਸ ਕੈਂਪ ਸਾਡੇ ਫਾਈਨਲ ਹੋ ਚੁੱਕੇ ਹੋਏ ਆ, ਜਿਨ੍ਹਾਂ ਦੀ ਆਲਰੇਡੀ ਲਿਸਟ ਬਣ ਕੇ ਅਸੀਂ ਇੰਡੀਅਨ ਰੈੱਡ ਕਰਾਸ ਸੁਸਾਇਟੀ ਨੂੰ ਭੇਜ ਵੀ ਚੁੱਕੇ ਹਾਂ। ਅਤੇ ਬਾਕੀ ਜਿਹੜੇ ਹੋਰ ਕੈਂਪ ਹੈ ਉਹਨਾਂ ਵਾਸਤੇ ਅਸੀਂ ਅਲੱਗ-ਅਲੱਗ ਥਾਵਾਂ 'ਤੇ ਜਾ ਕੇ ਜਿਹੜੇ ਲਾਈਕ ਮਾਈਂਡਡ ਆਰਗੇਨਾਈਜੇਸ਼ਨ ਨੇ ਉਹਨਾਂ ਨੂੰ ਨਾਲ ਜੋੜ ਰਹੇ ਹਾਂ, ਉਹਨਾਂ ਨੂੰ ਰਿਕੁਐਸਟ ਕਰ ਰਹੇ ਹਾਂ। ਅੱਜ ਮੇਰਾ ਗੁਰਦਾਸਪੁਰ ਆਉਣ ਦਾ ਵੀ ਇਹੀ ਮਕਸਦ ਸੀ। ਮੈਂ ਸੰਧੂ ਸਾਹਿਬ ਦਾ ਧੰਨਵਾਦ ਕਰਨਾ ਜਿਨ੍ਹਾਂ ਨੂੰ ਅਸੀਂ ਬੇਨਤੀ ਕੀਤੀ ਅਤੇ ਉਹਨਾਂ ਨੇ ਇੱਥੇ ਚੰਗੇ ਭਰਾਵਾਂ ਦੇ, ਚੰਗੀਆਂ ਰੂਹਾਂ ਦੇ ਸਾਨੂੰ ਦਰਸ਼ਨ ਕਰਾਏ ਜਿਹੜੇ ਇਸ ਫੀਲਡ ਵਿੱਚ ਆਲਰੇਡੀ ਕੰਮ ਕਰ ਰਹੇ ਨੇ। ਸੋ ਮੈਂ ਉਮੀਦ ਕਰਦਾ ਕਿ ਇਹਨਾਂ ਸੰਸਥਾਵਾਂ ਦੇ ਨਾਲ ਜੁੜ ਕੇ ਗੁਰਦਾਸਪੁਰ ਦੇ ਵਿੱਚ ਵੀ ਉਸ ਦਿਨ ਜਿਹੜੇ ਹੈ 23 ਮਾਰਚ ਨੂੰ ਹੀ ਇਸ ਕੰਪੇਨ ਦੇ ਤਹਿਤ ਜਿਹੜਾ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਹੋਣਗੇ। ਤੇ ਸਰ ਜਿਹੜਾ ਇਹ ਬਲੱਡ ਆਮ ਜਨਤਾ ਨੂੰ ਲੋੜ ਪੈਂਦੀ ਹੈ ਉਹ ਕਿੱਦਾਂ ਤੁਹਾਡੇ ਕੋਲ ਪ੍ਰੋਵਾਈਡ? ਦੇਖੋ, ਪਹਿਲੀ ਗੱਲ ਤਾਂ ਇਹ ਕਿ ਸਾਡਾ ਕੋਈ ਬਲੱਡ ਬੈਂਕ ਨਹੀਂ ਹੈ। ਅਸੀਂ ਸਿਰਫ ਕੰਪੇਨ ਚਲਾ ਕੇ ਅਲਟੀਮੇਟਲੀ ਇਹ ਜਿਹੜਾ ਬਲੱਡ ਜਾਣਾ ਹੈ, ਜਿਹੜਾ ਤੁਹਾਡੇ ਹੀ ਏਰੀਆ ਦੇ ਬਲੱਡ ਬੈਂਕ ਨੇ ਉਹਨਾਂ 'ਚ ਹੀ ਜਾਣਾ ਆ। ਨਿਫਾ ਨੇ ਲੈ ਕੇ ਨਹੀਂ ਕਿਧਰੇ ਵੀ ਜਾਣਾ। ਅਸੀਂ ਤਾਂ ਨਾਲ ਜੁੜ ਕੇ ਕੇਵਲ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ, ਲੋਕਾਂ ਨੂੰ ਮੋਟੀਵੇਟ ਕਰ ਰਹੇ ਹਾਂ। ਜਿਹੜਾ ਬਲੱਡ ਜਿਹੜਾ ਉਹ ਤੁਹਾਡੇ ਜਿਹੜੇ ਗੁਰਦਾਸਪੁਰ ਦੇ ਬਲੱਡ ਬੈਂਕ ਨੇ, ਸਰਕਾਰੀ ਬਲੱਡ ਬੈਂਕ ਹੋਏਗਾ ਜਾਂ ਨਜ਼ਦੀਕ ਦਾ ਕੋਈ ਆਰਮੀ ਦਾ ਬਲੱਡ ਬੈਂਕ ਹੋ ਸਕਦਾ ਹੈ ਜਾਂ ਕੋਈ ਚੈਰੀਟੇਬਲ ਬਲੱਡ ਬੈਂਕ ਹੋ ਸਕਦਾ ਹੈ, ਉਹ ਤੁਹਾਡੇ ਹੀ ਬਲੱਡ ਬੈਂਕਾਂ ਵਿੱਚ ਰਹਿਣਾ। ਅਤੇ ਉੱਥੇ ਜਿਹੜੀ ਉਹੀ ਰੂਟੀਨ ਹੈ ਕਿ ਬਲੱਡ ਬੈਂਕਾਂ ਦੀ ਜਿਹੜੀ ਰੂਟੀਨ ਹੈ ਉਹ ਇਹੀ ਹੈ ਕਿ ਅਗਰ ਕੋਈ ਸਰਕਾਰੀ ਬਲੱਡ ਬੈਂਕ ਹੈ, ਬੰਦਾ ਸਰਕਾਰੀ ਹਸਪਤਾਲ 'ਚ ਐਡਮਿਟ ਹੈ, ਉਹਨੂੰ ਉੱਥੋਂ ਮਿਲ ਜਾਣਾ। ਅਗਰ ਪ੍ਰਾਈਵੇਟ ਤੋਂ ਕਿਸੇ ਨੇ ਆਉਣਾ ਹੈ ਤਾਂ ਉਹਦੇ ਵਾਸਤੇ ਉਹ ਟੈਸਟਿੰਗ ਦੇ ਚਾਰਜ ਲੈਂਦੇ ਹੈ। ਉਹ ਜੋ ਵੀ ਸਿਸਟਮ ਪਹਿਲਾਂ ਚੱਲ ਰਿਹਾ ਉੱਦਾਂ ਹੀ ਚੱਲਣਾ ਹੈ। ਸਰ, ਸਰਕਾਰੀ ਬੈਂਕਾਂ ਦੀ ਬਲੱਡ ਬੈਂਕਾਂ ਦੀ ਤੁਸੀਂ ਗੱਲ ਕੀਤੀ ਆ ਕਿ ਸਰਕਾਰੀ ਬਲੱਡ ਬੈਂਕਾਂ ਦੇ ਵਿੱਚ ਆਮ ਜਨਤਾ ਦੀ ਬੜੀ ਖੱਜਲ ਖੁਆਰੀ ਹੁੰਦੀ ਹੈ। ਮੈਂ ਬਿਲਕੁਲ ਸਹਿਮਤ ਹਾਂ ਜੀ, ਲੇਕਿਨ ਗੱਲ ਇਹ ਹੈ ਕਿ ਸਰਕਾਰੀ ਬਲੱਡ ਬੈਂਕਾਂ ਦੇ ਵਿੱਚ ਆਮ ਜਨਤਾ ਦੀ ਖੱਜਲ ਖੁਆਰੀ ਹੁੰਦੀ ਹੈ, ਉਹਨੂੰ ਰੋਕਣ ਦੀ ਜ਼ਰੂਰਤ ਹੈ, ਉਹਦੇ 'ਤੇ ਕੰਮ ਕਰਨ ਦੀ ਜ਼ਰੂਰਤ ਹੈ। ਪਰ ਉਹਦੇ ਕਰਕੇ ਅਸੀਂ ਬਲੱਡ ਦੇਣਾ ਬੰਦ ਨਹੀਂ ਕਰ ਸਕਦੇ। ਕਾਰਨ ਕੀ ਹੈ ਕਿ ਜਿਹੜਾ ਪੇਸ਼ੈਂਟ ਹੈ ਸਾਡਾ, ਮੰਨ ਲਓ ਸਾਡੇ ਹੀ ਪਰਿਵਾਰ ਦਾ ਕੋਈ ਬੰਦਾ ਸੀਰੀਅਸ ਹੈ, ਕਿਸੇ ਹਸਪੀਟਲ 'ਚ ਐਡਮਿਟ ਹੈ, ਮੈਨੂੰ ਉਹਦੇ ਵਾਸਤੇ ਬਲੱਡ ਚਾਹੇ ਖੱਜਲ ਖੁਆਰੀ ਨਾਲ ਮਿਲੇ,
ਚਾਹੇ ਬਿਨਾਂ ਖੱਜਲ ਖੁਆਰੀ ਨਾਲ ਮਿਲੇ, ਮੈਨੂੰ ਬਲੱਡ ਤੇ ਲਿਆਉਣਾ ਹੀ ਪਏਗਾ। ਅਗਰ ਜਿਹੜੇ ਡੋਨਰ ਨੇ ਉਹ ਇਸ ਗੱਲ ਤੋਂ ਡੀਮੋਰਲਾਈਜ਼ ਹੋ ਕੇ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਖੱਜਲ ਖੁਆਰੀ ਹੈ, ਉਹਨਾਂ ਦਾ ਐਟੀਟਿਊਡ ਠੀਕ ਨਹੀਂ ਹੈ, ਜਾਂ ਉਹ ਸਾਡੇ ਨਾਲ ਸਹੀ ਤਰੀਕੇ ਨਾਲ ਬਿਹੇਵ ਨਹੀਂ ਕਰਦੇ, ਅਗਰ ਇਸ ਗੱਲ ਤੇ ਆ ਕੇ ਬਲੱਡ ਦੇਣਾ ਬੰਦ ਕਰ ਦੇਣਗੇ ਤੇ ਉਹਦੇ ਨਾਲ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੋਣਾ, ਮਰਨੇ ਸਾਡੇ ਹੀ ਬੰਦੇ ਆ ਜਿਨ੍ਹਾਂ ਨੂੰ ਬਲੱਡ ਦੀ ਲੋੜ ਹੈ। ਸੋ ਸਾਨੂੰ ਦੋ ਫਰੰਟ ਤੇ ਕੰਮ ਕਰਨ ਦੀ ਜ਼ਰੂਰਤ ਹੈ। ਇੱਕ ਤਾਂ ਪਹਿਲਾ ਫਰੰਟ ਇਹ ਹੈ ਕਿ ਬਲੱਡ ਬੈਂਕਾਂ ਦੇ ਵਿੱਚ ਬਲੱਡ ਜਿੰਨੀ ਲੋੜ ਹੈ ਉਨਾ ਇਕੱਠਾ ਹੋਵੇ। ਅਗਰ ਲੋੜ ਤੋਂ ਘੱਟ ਇਕੱਠਾ ਹੋਏਗਾ ਤੇ ਨੈਚੁਰਲੀ ਜਿਹੜਾ ਦੇਣ ਵਾਲਾ ਹੈ ਉਹਦੀ ਸਿਲੈਕਸ਼ਨ ਹੋ ਜਾਂਦੀ ਹੈ ਕਿ ਮੈਂ ਕਿਹਨੂੰ ਦੇਣਾ ਤੇ ਕਿਹਨੂੰ ਨਹੀਂ ਦੇਣਾ। ਜਿਹਦੀ ਸਿਫਾਰਿਸ਼ ਆ ਜਾਏਗੀ ਉਹਨੂੰ ਦੇਗਾ, ਜਾਂ ਜਿਹਦੇ ਕੋਲੋਂ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਉਮੀਦ ਹੋਏਗੀ, ਗਰਜ ਹੋਏਗੀ, ਉਹਨੂੰ ਦੇਗਾ। ਆਮ ਬੰਦੇ ਨੂੰ ਦੇਣ ਦੀ ਕੋਸ਼ਿਸ਼ ਨਹੀਂ ਕਰੇਗਾ। ਲੇਕਿਨ ਜਦੋਂ ਅਸੀਂ ਇਹ ਮੂਵਮੈਂਟ ਚਲਾ ਕੇ ਜਾਂ ਹੋਰ ਲੋਕਾਂ ਨੂੰ ਪ੍ਰੇਰਿਤ ਕਰਕੇ ਜਿੰਨਾ ਬਲੱਡ ਸਾਨੂੰ ਜ਼ਰੂਰਤ ਪੈਂਦੀ ਹੈ ਉਸ ਤੋਂ ਜ਼ਿਆਦਾ ਹੀ ਇਕੱਠਾ ਕਰਾਂਗੇ, ਯਾਨੀ ਡਿਮਾਂਡ ਤੋਂ ਅਵੇਲੇਬਿਲਿਟੀ ਜ਼ਿਆਦਾ ਹੋ ਜਾਏਗੀ।